हाँ जी +1 क्लास इकोनॉमिक्स ਦਾ ਸਾਡਾ ਨੈਕਸਟ ਜਿਹੜਾ ਟੌਪਿਕ ਸੀ ਡਿਫਰੈਂਸ ਬਿਟਵੀਨ ਦਾ ਸ਼ਡਿਊਲ ਐਂਡ ਦਾ ਕੁਐਸ਼ਨਰੀ। ਪਿਛਲੇ ਟੌਪਿਕ ਦੇ ਵਿੱਚ ਅਸੀਂ ਕੀਤਾ ਸੀ ਕਿ ਕਿਸ ਤਰ੍ਹਾਂ ਕਲੈਕਟ ਕੀਤਾ ਜਾਂਦਾ ਹੈ ਜਿਹੜਾ ਸਾਡਾ ਪ੍ਰਾਇਮਰੀ ਡਾਟਾ। ਉਹਦੇ ਵਿੱਚ ਸਾਡੇ ਕੋਲ ਆਇਆ ਸੀ ਨਾ ਸ਼ਡਿਊਲ ਤੇ ਕੁਐਸ਼ਨਰੀ, ਜਿਹਦੇ ਵਿੱਚ ਅਸੀਂ ਕੁਆਲਿਟੀਜ਼ ਵੀ ਦੇਖੀਆਂ ਸੀ ਕੁਐਸ਼ਨਰੀ ਦੀਆਂ। ਹੁਣ ਅਸੀਂ ਡਿਫਰੈਂਸ ਦੇਖਾਂਗੇ ਕਿ ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ। ਇੰਪੋਰਟੈਂਟ ਕਨਸੈਪਟ ਆ, ਇਹ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੀ ਆਉਂਦਾ। ਸੋ ਡਿਫਰੈਂਸ ਬਿਟਵੀਨ ਦਾ ਸ਼ਡਿਊਲ ਐਂਡ ਦਾ ਕੁਐਸ਼ਨਰੀ। ਫਸਟ ਇਜ਼ ਅ ਸ਼ਡਿਊਲ ਫਿਲਡ ਬਾਈ ਦਾ ਨਿਊਮਰੇਟਰ ਆਫਟਰ ਗੈਟਿੰਗ ਇਨਫੋਰਮੇਸ਼ਨ। ਤੁਹਾਨੂੰ ਦੱਸਿਆ ਸੀ ਨਾ ਕਿ ਇਨਫੋਰਮੇਸ਼ਨ ਪਹਿਲੇ ਸਾਰੀ ਇਕੱਠੀ ਕਰਕੇ ਫਿਰ ਇਨਿਊਮਰੇਟਰ ਜੋ ਕਿ ਜਿਹੜਾ ਡਾਟਾ ਇਕੱਠਾ ਕਰ ਰਿਹਾ ਉਹਨੇ ਖੁਦ ਉਹਨੂੰ ਫਿਲ ਕਰਨਾ। ਬਟ ਫਿਲਡ ਇਹ ਕੀ ਆ, ਫਿਲਡ ਬਾਈ ਦਾ ਰਿਸਪੋਂਡੈਂਟ, ਕਿ ਜਿਸ ਤਰ੍ਹਾਂ ਫਾਰਮ ਸਾਰਿਆਂ ਨੂੰ ਵੱਖਰੇ ਵੱਖਰੇ ਦੇ ਦਿੱਤੇ ਗਏ, ਹਰ ਇੱਕ ਸਟੂਡੈਂਟ ਨੇ ਅਲੱਗ ਅਲੱਗ ਫਾਰਮ ਫਿਲ ਆਪਣੇ ਆਪ ਕੀਤਾ। ਇਹ ਸਾਡੇ ਕੋਲ ਇਹਦਾ ਆ ਗਿਆ ਫਿਲਡ ਬਾਈ ਦਾ ਰਿਸਪੋਂਡੈਂਟ। ਸੈਕਿੰਡ ਸਾਡੇ ਕੋਲ ਆ ਗਿਆ ਕੰਟੈਕਟ ਵਿਦ ਰਿਸਪੋਂਡੈਂਟ, ਮਤਲਬ ਜੇ ਅਸੀਂ ਖੁਦ ਉਹਦੇ ਕੋਲ ਸਾਹਮਣੇ ਗੱਲਬਾਤ ਕਰਕੇ ਇਕੱਠਾ ਕਰ ਰਹੇ ਹਾਂ ਕੁਐਸਚਨਸ, ਤੇ ਫਿਰ ਅਸੀਂ ਉਹਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਆਵਾਂਗੇ। ਠੀਕ ਹੈ, ਕੰਟੈਕਟ ਵਿਦ ਦਾ ਰਿਸਪੋਂਡੈਂਟ ਹੋਏਗਾ। ਤੇ ਦੂਸਰਾ ਸਾਡੇ ਕੋਲ ਹੈਗਾ ਮੇਲਡ ਟੂ ਦਾ ਰਿਸਪੋਂਡੈਂਟ, ਕਿ ਉਹਨੂੰ ਅਸੀਂ ਮੇਲ ਕਰਕੇ ਜਾਂ ਫਾਰਮਸ ਨੂੰ ਕਿਸੇ ਤਰੀਕੇ ਨਾਲ ਉਹਦੇ ਤੱਕ ਪਹੁੰਚਾਇਆ ਗਿਆ, ਉਹਦੇ ਤੋਂ ਉਹ ਕੁਐਸਚਨ ਫਿਲ ਕਰੇਗਾ। ਠੀਕ ਹੈ, ਜਿਹੜਾ ਸ਼ਡਿਊਲ ਹੈ ਉਹ ਸਾਡੇ ਕੋਲ ਐਕਸਪੈਂਸਿਵ ਹੋਏਗਾ, ਮਹਿੰਗਾ ਹੋਏਗਾ, ਕਿਉਂਕਿ ਸਾਨੂੰ ਉਹਦੇ ਵਿੱਚ ਟਾਈਮ ਪੀਰੀਅਡ ਵੀ ਜ਼ਿਆਦਾ ਚਾਹੀਦਾ, ਡਾਟਾ ਕਲੈਕਟ ਕਰਨ 'ਤੇ ਮਹਿੰਗਾ ਲੱਗੇਗਾ ਸਾਨੂੰ। ਇਹ ਹੋਏਗਾ ਲੈਸ ਐਕਸਪੈਂਸਿਵ ਕੁਐਸ਼ਨਰੀ, ਉਹਦੇ 'ਤੇ ਟਾਈਮ ਵੀ ਘੱਟ ਲੱਗੇਗਾ। ਫੋਰਥ ਇਜ਼ ਅ ਕੁਇਕਲੀ ਕਲੈਕਟਡ ਮਤਲਬ ਜੇਕਰ ਅਸੀਂ ਸਾਹਮਣੇ ਬੈਠ ਕੇ ਗੱਲਬਾਤ ਕਰਕੇ ਕੁਐਸਚਨ ਦੇ ਆਨਸਰ ਲੈ ਰਹੇ ਹਾਂ, ਇਟ ਮੀਨਸ ਉਸੇ ਵੇਲੇ ਉਹ ਫਿਲ ਵੀ ਹੋ ਜਾਏਗਾ ਅਤੇ ਉਹਦੇ 'ਤੇ ਸਾਡੇ ਕੋਲ ਕਲੈਕਸ਼ਨ ਦਾ ਜਿਹੜਾ ਟਾਈਮ ਹੈ ਉਹ ਕੀ ਘੱਟ ਲੱਗੇਗਾ, ਡਿਲੇ ਨਹੀਂ ਹੋਏਗਾ ਉਹਦੇ ਵਿੱਚ, ਉਸੇ ਵੇਲੇ ਸਾਡੇ ਕੋਲ ਇਨਫੋਰਮੇਸ਼ਨ ਆ ਜਾਏਗੀ। ਬਟ ਇਹਦੇ ਵਿੱਚ ਕੀ ਆ, ਡਿਲੇ ਹੋ ਸਕਦਾ। ਜੇ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਇਸ ਡੇਟ 'ਤੇ ਮੈਨੂੰ ਫਾਰਮ ਫਿਲ ਕਰਕੇ ਦਿਓ, ਬਟ ਉਹ ਉਸੇ ਟਾਈਮ 'ਤੇ ਨਹੀਂ ਦੇਗਾ, ਇਟ ਮੀਨਸ ਉਹ ਸਾਨੂੰ ਉਹ ਇਨਫੋਰਮੇਸ਼ਨ ਪ੍ਰਾਪਤ ਹੋਣ 'ਚ ਬਹੁਤ ਜ਼ਿਆਦਾ ਡਿਲੇ ਹੋ ਸਕਦਾ। ਠੀਕ ਹੈ, ਜੋ ਸਾਨੂੰ ਇਨਫੋਰਮੇਸ਼ਨ ਚਾਹੀਦੀ ਸੀ ਉਸ ਟਾਈਮ 'ਤੇ ਸਾਨੂੰ ਨਹੀਂ ਮਿਲ ਸਕਦੀ। ਫਿਫਥ ਇਜ਼ ਅ ਰਿਲਾਇਬਲ ਐਂਡ ਐਕੂਰੇਟ, ਰਿਲਾਇਬਲ ਅਤੇ ਐਕੂਰੇਟ ਸਹੀ ਹੋਏਗਾ। ਉਹ ਜੋ ਵੀ ਅਸੀਂ ਕੁਐਸਚਨ ਪੁੱਛਾਂਗੇ ਉਸੇ ਵੇਲੇ ਅਗਲਾ ਜਵਾਬ ਦੇਣ ਦੇ ਵਿੱਚ ਸਾਨੂੰ ਕੋਈ ਹੈਸੀਟੇਟ ਨਹੀਂ ਕਰੇਗਾ, ਅਤੇ ਉਹ ਕੁਐਸਚਨ ਸਾਨੂੰ ਜਿਹੜੇ ਕੁਐਸਚਨ ਅਸੀਂ ਪੁੱਛਾਂਗੇ ਉਹਦੇ ਆਨਸਰ ਜਿਹੜੇ ਸਾਨੂੰ ਦਿੱਤੇ ਜਾਣਗੇ। ਬਟ ਇਹਦੇ ਵਿੱਚ ਕੀ ਆ, ਰਿਲਾਇਬਲ ਅਤੇ ਐਕੂਰੇਟ ਨਹੀਂ ਹੋਏਗਾ, ਕਿ ਤਾਂ ਰਿਸਪੋਂਡੈਂਟ ਆਪਣੇ ਤਰੀਕੇ ਦੇ ਨਾਲ ਉਹਨੂੰ ਫਿਲ ਕਰੇ। ਕਿਸੇ ਵੇਲੇ ਗਲਤ ਇਨਫੋਰਮੇਸ਼ਨ ਵੀ ਦੇ ਦਿੰਦੇ ਆ, ਹਰ ਕੋਈ ਆਪਣੀ ਸੀਕਰੇਟ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦਾ। ਠੀਕ ਹੈ, 6 ਪਰਸਨਲ ਕੰਟੈਕਟ, ਇਹਦੇ ਵਿੱਚ ਸਾਡਾ ਜਿਹੜਾ ਰਿਸਪੋਂਡੈਂਟ ਦੇ ਨਾਲ ਪਰਸਨਲ ਕੰਟੈਕਟ ਹੋਏਗਾ, ਕਿਉਂਕਿ ਅਸੀਂ ਉਹਦੇ ਕੋਲ ਖੁਦ ਜਾ ਕੇ ਇਨਫੋਰਮੇਸ਼ਨ ਇਕੱਠੀ ਕਰਦੇ ਪਏ ਹਾਂ। ਬਟ ਇਹਦੇ ਵਿੱਚ ਕੀ ਆ, ਨਾਟ ਪਰਸਨਲ ਕੰਟੈਕਟ ਨਹੀਂ ਹੋਏਗਾ। ਸਾਨੂੰ ਰਿਸਪੋਂਡੈਂਟ ਦਾ ਪਤਾ ਵੀ ਨਹੀਂ ਹੋਏਗਾ ਕਿ ਅਸੀਂ ਕਿਹਦੇ ਕੋਲੋਂ ਡਾਟਾ ਇਕੱਠਾ ਕੀਤਾ, ਕਿਉਂਕਿ ਉਹਨੂੰ ਮੇਲ ਕੀਤਾ ਹੋਏਗਾ। ਠੀਕ ਹੈ, ਮੈਸੇजेस ਦੁਆਰਾ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ। ਇਹ ਸਾਡੇ ਕੋਲ ਆ ਗਿਆ ਕੁਐਸ਼ਨਰੀ। ਇਹ ਡਿਫਰੈਂਸ ਹੈ ਇਹਦਾ, ਜਿਹੜਾ ਸਾਡੇ ਕੋਲ ਸ਼ਡਿਊਲ ਤੇ ਕੁਐਸ਼ਨਰੀ ਦਾ। ਇਹ ਸਾਡਾ ਟੌਪਿਕ ਹੈ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਕਲੈਕਟਿੰਗ ਆਫ ਸੈਕੰਡਰੀ ਡਾਟਾ। ਜਿਵੇਂ ਅਸੀਂ ਮੈਥਡ ਕੀਤੇ ਸੀ ਪ੍ਰਾਇਮਰੀ ਡਾਟਾ ਨੂੰ ਕਲੈਕਟ ਕਰਨ ਦੇ, ਉਸੇ ਤਰ੍ਹਾਂ ਹੁਣ ਸਾਡੇ ਕੋਲ ਆ ਗਿਆ ਸੈਕੰਡਰੀ ਡਾਟਾ ਨੂੰ ਕਿਸ ਤਰ੍ਹਾਂ ਕਲੈਕਟ ਕੀਤਾ ਜਾਂਦਾ। ਹਾਂਜੀ ਬੇਟਾ, ਪਹਿਲੇ ਅਸੀਂ ਕੀਤਾ ਸੀ ਕਿ ਪ੍ਰਾਇਮਰੀ ਡਾਟੇ ਨੂੰ ਕਿਸ ਤਰ੍ਹਾਂ ਕਲੈਕਟ ਕੀਤਾ ਜਾਂਦਾ। ਹੁਣ ਸਾਡੇ ਕੋਲ ਹੈ ਕਲੈਕਸ਼ਨ ਆਫ ਸੈਕੰਡਰੀ ਡਾਟਾ। ਸੈਕੰਡਰੀ ਡਾਟੇ ਨੂੰ ਅਸੀਂ ਕਿਸ ਤਰ੍ਹਾਂ ਕਲੈਕਟ ਕਰ ਸਕਦੇ ਹਾਂ। ਸੈਕੰਡਰੀ ਡਾਟਾ ਜਿਹੜਾ ਕਿ ਪਹਿਲੇ ਤੋਂ ਹੀ ਪ੍ਰਾਇਮਰੀ ਡਾਟੇ ਤੋਂ ਅਸੀਂ ਆਪਣੇ ਹਿਸਾਬ ਨਾਲ ਮੋਲਡ ਕਰਕੇ ਜਿਹੜਾ ਡਾਟਾ ਯੂਜ਼ ਕਰਦੇ ਹਾਂ, ਉਹ ਸਾਨੂੰ ਪਤਾ ਨਾ ਉਹ ਸੈਕੰਡਰੀ ਡਾਟਾ ਹੁੰਦਾ। ਠੀਕ ਹੈ, ਸੋ ਸੈਕੰਡਰੀ ਡਾਟਾ ਦੇ ਵਿੱਚ ਸਾਡੇ ਕੋਲ ਦੋ ਤਰ੍ਹਾਂ ਨਾਲ ਅਸੀਂ ਡਾਟਾ ਕਲੈਕਟ ਕਰ ਸਕਦੇ ਹਾਂ, ਪਬਲਿਸ਼ ਸੋਰਸਿਸ ਤੋਂ ਅਤੇ ਅਨਪਬਲਿਸ਼ ਤੋਂ। ਠੀਕ ਹੈ, ਪਬਲਿਸ਼ ਸੋਰਸਿਸ ਜਿਹੜੇ ਕਿ ਪਬਲਿਸ਼ ਕੀਤੇ ਜਾ ਚੁੱਕੇ ਨੇ, ਅਨਪਬਲਿਸ਼ ਜਿਨ੍ਹਾਂ ਨੂੰ ਪਬਲਿਸ਼ ਨਹੀਂ ਕੀਤਾ ਗਿਆ, ਛਾਪਿਆ ਨਹੀਂ ਗਿਆ। ਠੀਕ ਹੈ, ਜਨਰਲੀ ਪਬਲਿਸ਼ ਸੋਰਸਿਸ ਸਾਡੇ ਕੋਲ ਆਉਂਦੇ ਨੇ ਇੰਟਰਨੈਸ਼ਨਲ, ਨੈਸ਼ਨਲ, ਗਵਰਨਮੈਂਟ, ਸੈਮੀ ਗਵਰਨਮੈਂਟ, ਪ੍ਰਾਈਵੇਟ, ਕਾਰਪੋਰੇਟ ਬਾਡੀਜ਼। ਸੋ ਇਹ ਸਾਰੀਆਂ ਰਿਸਰਚ ਰਿਪੋਰਟਸ ਜਿਹੜੇ ਕਿ ਆਪਣੇ ਡਾਟੇ ਨੂੰ ਪਬਲਿਸ਼ ਕਰਦੇ ਨੇ, ਉੱਥੋਂ ਜਦੋਂ ਅਸੀਂ ਡਾਟਾ ਕਲੈਕਟ ਕਰਦੇ ਹਾਂ ਉਹ ਸਾਡੇ ਕੋਲ ਆ ਜਾਂਦਾ ਹੈ ਪਬਲਿਸ਼ਡ ਸੋਰਸਿਸ। ਫਸਟ ਆਫ ਆਲ ਸਾਡੇ ਕੋਲ ਆ ਗਿਆ ਗਵਰਨਮੈਂਟ ਪਬਲੀਕੇਸ਼ਨ, ਜਿਹਦੇ ਵਿੱਚ ਕਿ CSO ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ ਅਤੇ ਵੇਰੀਅਸ ਸਟੇਟ ਗਵਰਨਮੈਂਟ ਜਿਹੜੀਆਂ ਕਿ ਡਾਟੇ ਨੂੰ ਕਲੈਕਟ ਕਰਦੀਆਂ, ਆਪਣੇ ਡਾਟੇ ਨੂੰ ਪਬਲਿਸ਼ ਕਰਦੀਆਂ, ਉਹ ਸਾਡੇ ਕੋਲ ਫਸਟ ਪਬਲੀਕੇਸ਼ਨ ਦੇ ਵਿੱਚ ਆ ਜਾਂਦਾ। ਠੀਕ ਹੈ, ਜਿਵੇਂ ਕਿ ਸਾਡੇ ਕੋਲ ਲੇਬਰ ਦਾ ਗਜ਼ਟ ਆਉਂਦਾ। ਠੀਕ ਹੈ, ਰਿਜ਼ਰਵ ਬੈਂਕ ਆਫ ਇੰਡੀਆ ਬੁਲੇਟਿਨ। ਸੋ ਇਹ ਆਪਣੇ ਪਬਲਿਸ਼ ਕੀਤੇ ਹੁੰਦੇ, ਉਹਨਾਂ ਨੇ ਸਾਰਾ ਡਾਟਾ ਕੀਤਾ ਹੁੰਦਾ ਪਬਲਿਸ਼, ਉਹ ਅਸੀਂ ਆਪਣੇ ਹਿਸਾਬ ਨਾਲ ਉਹਨੂੰ ਡਾਟੇ ਨੂੰ ਕਲੈਕਟ ਕਰ ਦਿੰਦੇ ਹਾਂ ਉੱਥੋਂ। ਠੀਕ ਹੈ,
ਜਿਵੇਂ ਕਿ ਕਿਸੇ ਨੇ ਕੋਈ ਪ੍ਰੋਜੈਕਟ ਬਣਾਉਣੇ ਹੋਣ ਤੇ ਉਹ ਗਵਰਨਮੈਂਟ ਪਬਲੀਕੇਸ਼ਨਸ ਤੋਂ ਆਪਣਾ ਡਾਟਾ ਕਲੈਕਟ ਕਰ ਸਕਦੇ ਨੇ। ਫਿਰ ਸਾਡੇ ਕੋਲ ਆਉਂਦੀਆਂ ਇੰਟਰਨੈਸ਼ਨਲ ਬਾਡੀਜ਼। ਇੰਟਰਨੈਸ਼ਨਲ ਬਾਡੀਜ਼ ਮਤਲਬ ਇੰਟਰਨੈਸ਼ਨਲ ਲੈਵਲ ਦੇ ਜਿਹਦੇ ਵਿੱਚ ਅਬਰੋਡ ਕੰਟਰੀਜ਼ ਐਡ ਹੁੰਦੀਆਂ, ਜਿਸ ਤਰ੍ਹਾਂ ਕਿ WHO, ਵਰਲਡ ਹੈਲਥ ਆਰਗੇਨਾਈਜੇਸ਼ਨ, ਇਹਦੇ ਤੋਂ ਡਾਟਾ ਕਲੈਕਟ ਕਰਨਾ। ਫਿਰ ਸਾਡੇ ਕੋਲ ਆ ਜਾਂਦਾ ਵਾ UNO, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਠੀਕ ਹੈ। ਇਹ ਮੇਨ ਸਾਡੇ ਕੋਲ ਹੈਗੀਆਂ ਨੇ ਦੋ ਬੋਡੀਜ਼। ਫਿਰ ਸਾਡੇ ਕੋਲ ਆ ਜਾਂਦਾ ਸੈਮੀ ਗਵਰਨਮੈਂਟ ਪਬਲੀਕੇਸ਼ਨ। ਸੈਮੀ ਗਵਰਨਮੈਂਟ ਪਬਲੀਕੇਸ਼ਨ ਮਤਲਬ ਜਿਹਦੇ ਵਿੱਚ ਮਿਊਨਿਸਪੈਲਿਟੀਜ਼, ਡਿਸਟ੍ਰਿਕਟ ਬੋਰਡਸ ਆਉਂਦੀਆਂ, ਉਹਨਾਂ ਦੀਆਂ ਕੋਈ ਪਬਲੀਕੇਸ਼ਨਸ, ਉੱਥੋਂ ਡਾਟਾ ਕਲੈਕਟ ਕਰਨਾ, ਉਹ ਆ ਜਾਂਦੀ ਹੈ ਸੈਮੀ ਗਵਰਨਮੈਂਟ ਦੇ ਵਿੱਚ। ਫਿਰ ਸਾਡੇ ਕੋਲ ਆਉਂਦਾ ਰਿਪੋਰਟ ਆਫ ਕਮੇਟੀ ਐਂਡ ਕਮਿਸ਼ਨਸ। ਰਿਪੋਰਟ ਆਫ ਕਮੇਟੀ, ਕਮੇਟੀਜ਼ ਮਤਲਬ ਜਿਸ ਤਰ੍ਹਾਂ ਕਿ ਸੈਂਟਰ ਤੇ ਸਟੇਟ ਗਵਰਨਮੈਂਟਸ ਨੇ ਆਪਣੀਆਂ ਕੋਈ ਅਪਾਇੰਟ ਕਮੇਟੀਜ਼ ਰੱਖੀਆਂ ਹੁੰਦੀਆਂ ਵਾ, ਜਿਹਦੇ ਵਿੱਚ ਉਹਨਾਂ ਨੇ ਆਪਣਾ ਸ਼ਾਹ ਕਮਿਸ਼ਨ ਰਿਪੋਰਟ, ਇਸ ਤਰ੍ਹਾਂ ਕੋਈ ਰਿਪੋਰਟਸ, ਫਾਈਨਾਂਸ ਕਮਿਸ਼ਨ ਰਿਪੋਰਟਸ, ਕੋਈ ਵੀ ਰਿਪੋਰਟਸ ਦਾ ਡਾਟਾ ਉਹਨਾਂ ਨੇ ਆਪਣਾ ਕੋਈ ਪਬਲਿਸ਼ ਕੀਤਾ ਹੁੰਦਾ, ਉੱਥੋਂ ਅਸੀਂ ਜਦੋਂ ਡਾਟਾ ਕਲੈਕਟ ਕਰਦੇ ਆ ਉਹ ਸਾਡਾ ਸੈਕੰਡਰੀ ਟਾਈਪ ਹੁੰਦਾ, ਠੀਕ ਹੈ। ਫਿਫਥ, ਪਬਲੀਕੇਸ਼ਨ ਆਫ ਰਿਸਰਚ ਇੰਸਟੀਟਿਊਸ਼ਨ। ਉਹਦੇ ਵਿੱਚ ਸਾਡੇ ਕੋਲ ਆਏਗੀ ਇੰਡੀਅਨ ਕਾਉਂਸਿਲ ਆਫ ਐਗਰੀਕਲਚਰ ਰਿਸਰਚ, ਐਗਰੀਕਲਚਰ ਇੰਸਟੀਟਿਊਸ਼ਨ, ਕੋਈ ਵੀ ਸੰਸਥਾਨ, ਠੀਕ ਹੈ, ਐਗਰੀਕਲਚਰ ਦਾ ਲਾ ਲਓ, ਇੰਡਸਟਰੀ ਦਾ, ਠੀਕ ਹੈ। ਇਹਦੇ 'ਚ ਕੋਈ ਵੀ ਇੰਸਟੀਟਿਊਸ਼ਨ ਜਿੱਥੋਂ ਸਾਨੂੰ ਆਪਣਾ ਡਾਟਾ ਚਾਹੀਦਾ ਉਹ ਇੰਸਟੀਟਿਊਸ਼ਨ ਤੋਂ ਅਸੀਂ ਰਿਸਰਚ ਇੰਸਟੀਟਿਊਸ਼ਨ ਦਾ ਡਾਟਾ ਇਕੱਠਾ ਕਰਕੇ ਆਪਣਾ ਸੈਕੰਡਰੀ ਡਾਟਾ ਦੇ ਵਿੱਚ ਯੂਜ਼ ਕਰਾਂਗੇ, ਠੀਕ ਹੈ। ਨਿਊਜ਼ਪੇਪਰ ਤੇ ਮੈਗਜ਼ੀਨ ਜਿਹੜਾ ਕਿ ਸਿੰਪਲ ਵੇ ਆ, ਜਿਵੇਂ ਕਿ ਇਕਨੋਮਿਕਸ ਟਾਈਮਸ ਆਪਣਾ ਡਾਟੇ ਨੂੰ ਸ਼ੋ ਕਰਦੇ ਆ, ਇਕਨੋਮਿਕਸ ਟਾਈਮਸ, ਹਿੰਦੁਸਤਾਨ ਟਾਈਮਸ, ਇੰਡੀਅਨ ਐਕਸਪ੍ਰੈਸ, ਇਹ ਸਾਰੇ ਨਿਊਜ਼ਪੇਪਰ ਜਾਂ ਜਿਹੜੇ ਮੈਗਜ਼ੀਨ ਛਪਦੇ ਨੇ, ਉੱਥੋਂ ਜਦੋਂ ਅਸੀਂ ਆਪਣਾ ਡਾਟਾ ਕਲੈਕਟ ਕਰਦੇ ਹਾਂ ਉਹ ਸਾਡੇ ਕੋਲ ਆ ਜਾਂਦਾ ਹੈ ਸੈਕੰਡਰੀ ਟਾਈਪ ਡਾਟਾ, ਠੀਕ ਹੈ, ਉਹਦੀ ਕਲੈਕਸ਼ਨ। ਇਹ ਸਾਡੇ ਕੋਲ ਆ ਗਿਆ ਪਬਲਿਸ਼ ਸੋਰਸਿਸ, ਜਿਹੜੇ ਕਿ ਪਬਲਿਸ਼ ਕੀਤੇ ਗਏ, ਛਾਪੇ ਗਏ ਸੀ, ਠੀਕ ਹੈ। ਅਨਪਬਲਿਸ਼ ਸੋਰਸਿਸ ਦੇ ਵਿੱਚ ਡਾਟਾ ਕਲੈਕਟ ਕਰਨ ਦਾ, ਜਿਵੇਂ ਕਿ secondary data can be obtained from the administrative record of the government। ਉਹ ਰਿਕਾਰਡ ਜਿਹੜਾ ਕਿ ਜਿਹਨੂੰ ਛਾਪਿਆ ਨਹੀਂ ਗਿਆ, ਜਿਵੇਂ ਫਾਈਲ ਤੋਂ ਅਸੀਂ ਡਾਟਾ ਕਲੈਕਟ ਕੀਤਾ, ਉਹ ਫਾਈਲਾਂ ਛਾਪੀਆਂ ਤੇ ਨਹੀਂ ਨਾ ਗਈਆਂ, ਉਹ ਅਸੀਂ ਆਰਗੇਨਾਈਜੇਸ਼ਨ 'ਚ ਜਾ ਕੇ ਉੱਥੋਂ ਡਾਟਾ ਆਪਣੇ ਹਿਸਾਬ ਨਾਲ ਕਲੈਕਟ ਕਰ ਰਿਹਾ। ਇਹ ਵਾਲੇ ਡਾਟੇ ਦੀ ਕੌਣ ਸਟੱਡੀ ਕਰਦਾ ਹੈ? ਰਿਸਰਚ ਸਕਾਲਰਸ ਹੁੰਦੇ ਨੇ, ਜਿਨ੍ਹਾਂ ਨੇ ਰਿਸਰਚ ਕਰਨੀ ਹੁੰਦੀ ਆ। ਰਿਸਰਚ ਸਟੱਡੀ ਬਾਏ ਇੰਸਟੀਟਿਊਸ਼ਨਸ, ਇਹ ਸਾਡੇ ਕੋਲ ਕਿਹੜੇ ਆਗੇ ਅਨਪਬਲਿਸ਼ ਸੋਰਸਿਸ, ਠੀਕ ਹੈ। ਕੰਸੈਪਟ, ਇੰਪੋਰਟੈਂਟ ਕੰਸੈਪਟ ਸੀ ਕਲੈਕਸ਼ਨ ਆਫ ਸੈਕੰਡਰੀ ਡਾਟਾ। ਸੋ ਸਾਡੇ ਕੋਲ ਪੇਪਰ 'ਚ ਕੁਐਸਚਨ ਆ ਸਕਦਾ ਹੈ ਕਿ ਪ੍ਰਾਇਮਰੀ ਡਾਟਾ ਤੇ ਸੈਕੰਡਰੀ ਡਾਟਾ ਦੇ ਕਲੈਕਸ਼ਨ ਦੇ ਮੈਥਡ ਦੱਸੋ, ਠੀਕ ਹੈ। ਇਹ ਸਾਡਾ ਟੌਪਿਕ ਇੱਥੇ ਕਵਰ ਹੁੰਦਾ ਤੇ ਚੈਪਟਰ ਵੀ ਕੰਪਲੀਟ ਹੋ ਗਿਆ ਕਲੈਕਸ਼ਨ ਆਫ ਡਾਟਾ। ਥੈਂਕ ਯੂ ਬੇਟਾ।